ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ। ਬਿਖਮ ਨਦੀ ਜਾਏ ਤਰਣੀ। ਤੂੰ ਮੇਰੋ ਮੇਰ ਪਰਬਤ ਸੁਆਮੀ। ਓਟ ਗਹੀ ਮੈਂ ਤੇਰੀ। ਨਾ ਤੁਮ ਡੋਲਹੁ ਨਾ ਹਮ ਗਿਰਤੇ। ਰੱਖ ਲੀਨੀ ਹਰ ਮੇਰੀ। ਨਾ ਤੁਮ ਡੋਲਹੁ ਨਾ ਹਮ ਗਿਰਤੇ। ਰੱਖ ਲੀਨੀ ਹਰ ਮੇਰੀ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਬੜੇ ਪ੍ਰੇਮ ਇਕਾਗਰਤਾ ਸਹਿਤ ਆਪ ਜੀ ਸਤਿਗੁਰੂ ਦੀ ਮੁਬਾਰਕ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰ ਰਹੇ ਸੀ। ਸੋ ਆਓ ਨਿਸ਼ਚਿਤ ਸਮੇਂ ਵਿੱਚ ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਅਤੇ ਸਤਿਗੁਰੂ ਦੇ ਮਹਾਨ ਪਰਉਪਕਾਰਾਂ ਨੂੰ ਗੁਰਮਤਿ ਵਿਚਾਰਾਂ ਦੇ ਰਾਹੀਂ ਸਾਂਝਿਆਂ ਕਰਨ ਦਾ ਯਤਨ ਕਰੀਏ। ਅੱਜ ਦਾ ਦਿਨ ਜਿੱਥੇ ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਗੁਰੂਦੇਵ ਜੀ ਦੀ ਮਹਾਨ ਸ਼ਹੀਦੀ ਅਤੇ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਉਪਦੇਸ਼ ਨੂੰ, ਸਤਿਗੁਰਾਂ ਦੇ ਪਰਉਪਕਾਰਾਂ ਨੂੰ ਵਿਚਾਰਨ ਦਾ ਯਤਨ ਕਰੀਏ। ਆਓ ਸਭ ਤੋਂ ਪਹਿਲਾਂ ਦਸਮੇਸ਼ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਕਸਰ ਹੀ ਇਸ ਸ਼ਬਦ ਦੀ ਵਰਤੋਂ ਕਰਦੇ ਹਾਂ, ਸ਼ਹੀਦ ਸ਼ਬਦ। ਸ਼ਹੀਦ ਸ਼ਬਦ ਦਾ ਅੱਖਰੀ ਅਰਥ ਹੈ, ਹਾਲਾਂਕਿ ਇਹ ਸ਼ਬਦ ਅਰਬੀ ਭਾਸ਼ਾ ਵਿੱਚੋਂ ਸਫ਼ਰ ਕਰਕੇ ਸਾਡੀ ਭਾਸ਼ਾ ਵਿੱਚ ਪਹੁੰਚਿਆ ਹੈ। ਇਸਲਾਮੀ ਸੱਭਿਅਤਾ ਇਸ ਨੂੰ ਆਪਣੇ ਨਾਲ ਲੈ ਕੇ ਆਈ ਅਤੇ ਸਿੱਖ ਤਾਰੀਖ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਇਸ ਸ਼ਬਦ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮਹਾਨ ਕੁਰਬਾਨੀ ਦੇ ਨਾਲ ਜੁੜ ਕੇ ਸਿੱਖ ਇਤਿਹਾਸ ਵਿੱਚ ਪ੍ਰਵੇਸ਼ ਕੀਤਾ। ਕੁਝ ਸ਼ਬਦ ਨੇ ਜਿਨ੍ਹਾਂ ਦੇ ਪ੍ਰਤੀ ਸਾਡੇ ਮਨ ਅੰਦਰ ਬੜੇ ਕਿਸਮ ਦੇ ਉਚਾਰਨ ਅਤੇ ਸਮਝਣ ਦੇ ਪ੍ਰਤੀ ਭਰਮ ਅਤੇ ਭੁਲੇਖੇ ਹਨ। ਅਣਜਾਣ ਪੁਣੇ ਦੇ ਵਿੱਚ ਆਪਾਂ ਕਈ ਵਾਰ ਆਪਣੇ ਗੁਰੂ ਸਾਹਿਬਾਨ ਦੇ ਨਾਲ ਬਲੀਦਾਨ ਸ਼ਬਦ ਦਾ ਪ੍ਰਯੋਗ ਜਾਂ ਵਰਤੋਂ ਵੀ ਕਰਦੇ ਹਾਂ। ਅਕਸਰ ਅਸੀਂ ਕਹਿ ਦਿੰਦੇ ਹਾਂ ਗੁਰੂ ਅਰਜਨ ਸਾਹਿਬ ਜੀ ਨੇ ਬਲੀਦਾਨ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲੀਦਾਨ ਦਿੱਤਾ, ਸਾਹਿਬਜ਼ਾਦਿਆਂ ਨੇ ਬਲੀਦਾਨ ਦਿੱਤਾ ਵਗੈਰਾ ਵਗੈਰਾ। ਪਰ ਇਹ ਸ਼ਬਦ ਸਾਡੇ ਗੁਰੂ ਸਾਹਿਬਾਨ ਮਹਾਰਾਜ ਜੀ ਦੀ ਮਹਾਨ ਕੁਰਬਾਨੀ ਦੇ ਸਾਹਮਣੇ ਬੜਾ ਬੌਣਾ ਸ਼ਬਦ ਹੈ। ਜਦੋਂ ਅਸੀਂ ਵੇਦਕ ਵਿਚਾਰਧਾਰਾ ਨੂੰ ਪੜ੍ਹੀਏ, ਵੇਦਾਂ ਦੇ ਵਿੱਚ ਯੱਗਾਂ ਦਾ ਜ਼ਿਕਰ ਹੈ, ਯੱਗ ਕਰਨਾ, ਅਤੇ ਉਸ ਵਿੱਚ ਯੱਗ ਦੀਆਂ ਵੀ ਅੱਗੇ ਕਈ ਕਿਸਮਾਂ ਹਨ। ਜਿਵੇਂ ਇੱਕ ਯੱਗ ਹੈ ਅਸ਼ਵਮੇਧ। ਅਸ਼ਵ ਸੰਸਕ੍ਰਿਤ ਵਿੱਚ ਘੋੜੇ ਨੂੰ ਆਖਦੇ ਹਨ। ਘੋੜੇ ਦੀ ਬਲੀ ਦੇ ਕੇ, ਮੇਧ ਸ਼ਬਦ ਦਾ ਮਤਲਬ ਹੁੰਦਾ ਹੈ ਮਾਰਨਾ, ਘਾਤ ਕਰਨਾ। ਘੋੜੇ ਦੀ ਬਲੀ ਦੇ ਕੇ ਤਥਾ ਕਥਿਤ ਗੈਬੀ ਸ਼ਕਤੀਆਂ, ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਜਿਹੜਾ ਆਵਾਹਨ ਕੀਤਾ ਜਾਏ, ਯੱਗ ਕੀਤਾ ਜਾਏ, ਉਸ ਨੂੰ ਕਿਹਾ ਜਾਂਦਾ ਹੈ ਅਸ਼ਵਮੇਧ ਯੱਗ।
ਇੱਥੋਂ ਤੱਕ ਵੇਦਿਕ ਵਿਚਾਰਧਾਰਾ ਦੇ ਵਿੱਚ ਇੱਕ ਹੋਰ ਯੱਗ ਦਾ ਜ਼ਿਕਰ ਹੈ, ਜਿਸ ਨੂੰ ਗੋਮੇਧ ਯੱਗ, ਗੋ ਭਾਵ ਗਊ ਤੋਂ ਹੈ, ਜਿਸ ਵਿੱਚ ਗਾਂ ਦੀ ਬਲੀ ਦੇ ਕੇ ਯੱਗ ਕੀਤਾ ਜਾਏ। ਹੋਰ ਹੈਰਾਨੀ ਦੀ ਖੇਡ ਹੈ, ਇੱਕ ਹੋਰ ਕਿਸਮ ਦੇ ਯੱਗ ਦਾ ਵੀ ਜ਼ਿਕਰ ਹੈ, ਜਿਸ ਨੂੰ ਨਰਮੇਧ ਯੱਗ ਭਾਵ ਮਨੁੱਖੀ ਬਲੀ ਦੇ ਕੇ ਕੀਤਾ ਜਾਣ ਵਾਲਾ ਯੱਗ। ਐਸਾ ਵੀ ਭਾਰਤ ਦੀ ਧਰਤੀ ਉੱਤੇ ਹੁੰਦਾ ਰਿਹਾ। ਧਾਰਮਿਕ ਅਸਥਾਨਾਂ ਦੇ ਉੱਤੇ ਤਥਾਕਥਿਤ ਦੇਵੀਆਂ ਦੇਵਤਿਆਂ ਗੈਬੀ ਸ਼ਕਤੀਆਂ ਨੂੰ ਖੁਸ਼ ਕਰਨ ਵਾਸਤੇ ਪਸ਼ੂਆਂ ਦੀ ਬਲੀ ਤੱਕ ਦੇਣ ਦਾ ਰਿਵਾਜ਼ ਅੱਜ ਤੱਕ ਪ੍ਰਚਲਿਤ ਹੈ। ਅਸੀਂ ਵੀ ਇਸ ਮਾਰ ਤੋਂ ਬਚ ਨਹੀਂ ਸਕੇ। ਪਰ ਇਸ ਦੇ ਪਿੱਛੇ ਲੌਜਿਕ ਕੀ ਹੈ ਕਿ ਜਿਵੇਂ ਕੋਈ ਪਦਾਰਥ ਦਾਨ ਕੀਤਾ ਜਾਂਦਾ ਹੈ ਰੱਬ ਦੇ ਨਾਂ 'ਤੇ, ਦੇਵੀ ਦੇਵਤਿਆਂ ਦੇ ਨਾਂ 'ਤੇ, ਬੰਦਾ ਸੋਚਦਾ ਮੈਂ ਇਹ ਪਰਮੇਸ਼ਰ ਨੂੰ ਜਾਂ ਆਪਣੇ ਇਸ਼ਟ ਨੂੰ ਜਾਂ ਆਪਣੇ ਦੇਵੀ ਦੇਵਤੇ ਜਿਸ ਨੂੰ ਵੀ ਮੈਂ ਮੰਨਦਾ ਹਾਂ ਉਸ ਨੂੰ ਮੈਂ ਇਹ ਭੇਟਾ ਕਰ ਰਿਹਾ ਹਾਂ ਅਤੇ ਉਹ ਮੇਰੀ ਇਸ ਭੇਟਾ ਨੂੰ ਸਵੀਕਾਰ ਕਰੇ ਅਤੇ ਖੁਸ਼ ਹੋ ਜਾਏ। ਇਸੇ ਤਰ੍ਹਾਂ ਪਸ਼ੂਆਂ ਦੀ, ਜੀਵਾਂ ਦੀ ਵੀ ਬਲੀ ਦਿੱਤੀ ਜਾਂਦੀ ਸੀ। ਉਹਨੂੰ ਕਿਹਾ ਜਾਂਦਾ ਸੀ ਬਲੀਦਾਨ। ਉਹ ਦਾਨ ਜਿਹੜਾ ਬਲੀ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਫਿਰ ਸਮਝ ਲਈਏ ਉਹ ਦਾਨ ਜਿਹੜਾ ਬਲੀ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਉਹਨੂੰ ਬਲੀਦਾਨ ਸ਼ਬਦ ਦੇ ਨਾਲ ਸੰਬੋਧਨ ਕੀਤਾ ਜਾਂਦਾ ਸੀ। ਅਤੇ ਹੁਣ ਬਲੀਦਾਨ ਦੇ ਪਿੱਛੇ ਭਾਵਨਾ ਕੀ ਹੈ ਵੀ ਇਸ ਬਲੀ ਨੂੰ ਲੈ ਕੇ, ਇਸ ਦਾਨ ਨੂੰ ਲੈ ਕੇ ਸਾਡਾ ਦੇਵਤਾ, ਸਾਡੀਆਂ ਦੇਵੀਆਂ ਜਾਂ ਸਾਡੇ ਇਸ਼ਟ ਜਾਂ ਸਾਡੀਆਂ ਉਹ ਪਰਾਲੌਕਿਕ ਸ਼ਕਤੀਆਂ ਜਾਂ ਗੈਬੀ ਤਾਕਤਾਂ ਜਾਂ ਭਗਵਾਨ ਕੁਝ ਵੀ ਕਹਿ ਲਓ, ਉਹ ਖੁਸ਼ ਹੋਵੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਨਾਮਦੇਵ ਸਾਹਿਬ ਦਾ ਇੱਕ ਸ਼ਬਦ ਹੈ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ, ਅਸ਼ਵਮੇਧ ਯੱਗ ਕੀਜੈ ਸੋਨਾ ਗਰਭਦਾਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੋ। ਸਾਰੇ ਸ਼ਬਦ ਨੂੰ ਪੜ੍ਹੀਏ ਧਿਆਨ ਨਾਲ। ਕਿੰਨੇ ਕਿਸਮ ਦੇ ਦਾਨ ਇਸ ਕਰਕੇ ਦਿੱਤੇ ਜਾਂਦੇ ਸਨ ਕਿ ਪਰਮੇਸ਼ਰ ਦੀ ਸਾਡੇ ਉੱਤੇ ਖੁਸ਼ੀ ਹੋਵੇ, ਸਾਡੇ ਦੇਵਤੇ ਸਾਡੇ ਉੱਤੇ ਪ੍ਰਸੰਨ ਹੋ ਜਾਣ। ਇਸ ਕਿਸਮ ਦੇ ਦਾਨ ਆਸਦਾਨ, ਗਾਜਦਾਨ, ਸੇਜਾ ਨਾਰੀ ਭੂਮਦਾਨ, ਐਸੋ ਦਾਨ ਨਿਤ ਨਿਤੈ ਕੀਜੈ ਆਤਮ ਜੋ ਨਿਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ। ਤਨ ਜੋ ਹਿਮਾਲੇ ਗਾਰੇ ਦਾ ਵੀ ਜ਼ਿਕਰ ਹੈ। ਆਪਣਾ ਤਨ ਵੀ ਲੋਕ ਗਾਲ ਲੈਂਦੇ ਸਨ ਹਿਮਾਲੇ ਵਰਗੇ ਪਰਬਤ ਉੱਤੇ ਬਰਫ਼ ਵਿੱਚ ਬਹਿ ਬਹਿ ਕੇ ਠੰਡ ਦੇ ਵਕਤ ਵਿੱਚ। ਇੱਥੋਂ ਤੱਕ ਸਿਰ ਕਰਵੱਤ ਧਰਾਏ ਦਾ ਜ਼ਿਕਰ ਵੀ ਹੈ ਬਾਣੀ ਦੇ ਅੰਦਰ ਵੀ ਆਪਣੇ ਸਰੀਰ ਨੂੰ ਕਰਵਾਤਾਰੇ ਨਾਲ ਚਰਵਾ ਲੈਂਦੇ ਸਨ। ਇੱਥੋਂ ਤੱਕ ਨਦੀਆਂ ਵਿੱਚ ਡੁੱਬ ਮਰਦੇ ਸਨ। ਆਪਣੇ ਸਰੀਰ ਨੂੰ ਕਸ਼ਟ ਦੇ ਦੇ ਕੇ ਆਪਣਾ ਸਰੀਰ ਖਤਮ ਕਰ ਲੈਂਦੇ ਸਨ। ਇਹ ਸਾਰੇ ਦੁੱਖ ਤਕਲੀਫਾਂ ਤਸੀਹੇ ਸਰੀਰ ਤੱਕ ਦੀ ਮੌਤ ਕਿਸ ਦੀ ਖੁਸ਼ੀ ਵਾਸਤੇ ਸੀ? ਇਹਦੇ ਪਿੱਛੇ ਕੁਝ ਲਾਲਸਾਵਾਂ ਕੰਮ ਕਰਦੀਆਂ ਸਨ। ਉਹ ਸਨ ਇੱਕ ਤਾਂ ਸਾਨੂੰ ਮੁਕਤੀ ਮਿਲ ਜਾਏ, ਦੂਜਾ ਇਹ ਸੀ ਸਾਡੇ ਪਾਪ ਕੱਟੇ ਜਾਣ। ਅਤੇ ਜੇ ਮੁਕਤੀ ਲੈਣੀ ਹੈ, ਪਾਪ ਕੱਟੇ ਜਾਣ ਜਾਂ ਸਾਨੂੰ ਸਵਰਗ ਮਿਲ ਜਾਏ ਵਗੈਰਾ ਵਗੈਰਾ, ਤਾਂ ਇਹਦੇ ਲਈ ਸਾਡੇ ਇਸ਼ਟ ਦਾ ਖੁਸ਼ ਹੋਣਾ ਬੜਾ ਜ਼ਰੂਰੀ। ਉਹਦੀ ਖੁਸ਼ੀ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਸੀ। ਹੁਣ ਆਪਾਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਬਾਰਕ ਉਪਦੇਸ਼ ਵੱਲ, ਕੀ ਗੁਰੂ ਜੀ ਵੀ ਸਾਨੂੰ ਐਸਾ ਕਹਿੰਦੇ ਨੇ ਵੀ ਪਰਮੇਸ਼ਰ ਨੂੰ ਅਸੀਂ ਕਿਸੇ ਪਦਾਰਥ ਦੀ ਭੇਟਾ ਦੇ ਕੇ ਖੁਸ਼ ਕਰ ਸਕਦੇ ਹਾਂ? ਪਹਿਲੀ ਤਾਂ ਗੱਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਸੇ ਦੇਵੀ ਨੂੰ, ਦੇਵਤੇ ਨੂੰ, ਕਿਸੇ ਅਲੌਕਿਕ ਪਰਾਲੌਕਿਕ ਐਸੀ ਸ਼ਕਤੀ ਨੂੰ, ਕਿਸੇ ਐਸੀ ਗੈਬੀ ਤਾਕਤ ਨੂੰ ਕੋਈ ਪ੍ਰਵਾਨ ਨਹੀਂ ਕੀਤਾ ਗਿਆ। ਇੱਥੇ ਕੇਵਲ ਇੱਕ ਨਿਰੰਕਾਰ ਅਕਾਲ ਪੁਰਖ ਦੀ ਉਪਾਸਨਾ ਹੈ। ਉਹ ਅਕਾਲ ਪੁਰਖ ਪਰਮੇਸ਼ਰ ਜੋ ਸਾਰੀ ਕਾਇਨਾਤ ਦਾ ਸਿਰਜਕ ਹੈ, ਸਾਰੀ ਕਾਇਨਾਤ ਨੂੰ ਚਲਾਉਣ ਵਾਲਾ ਹੈ, ਸਾਰੀ ਕਾਇਨਾਤ ਦਾ ਘਾਲਕ ਹੈ। ਉਹ ਪਰਮੇਸ਼ਰੀ ਸੱਤਾ ਜਿਹੜੀ ਆਪਣੇ ਹੁਕਮ ਰੂਪ ਵਿੱਚ ਸਾਰੀ ਕੁਦਰਤ ਵਿੱਚ ਵਿਦਮਾਨ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਫਿਰ ਐਸੀ ਪਰਮੇਸ਼ਰੀ ਸੱਤਾ ਨੇ ਸਾਨੂੰ ਜਿਹੜਾ ਜੀਵਨ ਦਾਨ ਦਿੱਤਾ ਹੈ, ਦਾਨ ਉਹਨੇ ਸਾਨੂੰ ਦਿੱਤਾ ਹੈ, ਅਸੀਂ ਉਹਨੂੰ ਕੋਈ ਦਾਨ ਨਹੀਂ ਦੇ ਸਕਦੇ। ਪਹਿਲੀ ਗੱਲ ਇਹ ਸਮਝ ਲਈਏ। ਬਾਣੀ ਦਾ ਇਹ ਵਾਕ ਹੈ, ਤੇਰੋ ਕੀਆ ਤੁਝੈ ਕਿਆ ਅਰਪੋਂ, ਨਾਮ ਤੇਰਾ ਤੂੰ ਹੀ ਚਵਰ ਟੁਲਾਰੇ।
हे मेरे मालक, ਜਦੋਂ ਸਾਰਾ ਕੁਝ ਹੀ ਤੇਰਾ ਦਿੱਤਾ ਹੋਇਆ ਤੇ ਤੇਰੇ ਦਿੱਤੇ ਵਿੱਚੋਂ ਮੈਂ ਥੋੜਾ ਜਿਹਾ ਇਵੇਂ ਹੱਥੋਂ ਦੇ ਕੇ ਵਿਖਾਵਾ ਕਰਕੇ ਤੇ ਆਖਾਂ ਵੀ ਮੈਂ ਦਾਨੀ ਹੋ ਗਿਆ, ਮੈਂ ਆਖਾਂ ਵੀ ਮੈਂ ਪਰਮੇਸ਼ਰ ਤੇ ਅਹਿਸਾਨ ਕੀਤਾ, ਮੇਰਾ ਰੱਬ ਇਹਦੇ ਨਾਲ ਖੁਸ਼ ਨਹੀਂ। ਜਦੋਂ ਤੇਰਾ ਹੈ ਹੀ ਕੁਝ ਨਹੀਂ, ਸਾਰਾ ਕੁਝ ਤੇ ਉਹਦਾ ਦਿੱਤਾ ਹੋਇਆ। ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਆਪਣੇ ਕਵਿਤ ਵਿੱਚ। ਉਹ ਕਹਿੰਦੇ ਨੇ, ਕੋਈ ਮਨੁੱਖ ਬਹੁਤ ਸਾਰੇ ਬਾਗਾਂ ਦੇ ਮਾਲਕ ਨੂੰ ਮਿਲਣ ਵਾਸਤੇ ਗਿਆ, ਜਿਹਦੇ ਆਪਣੇ ਫਲਦਾਰ ਬਾਗ ਸਨ, ਬਗੀਚੇ ਸਨ। ਹੁਣ ਬਾਗਾਂ ਦਾ ਮਾਲਕ ਹੈ ਜਿਹਦਾ ਹਜ਼ਾਰਾਂ ਏਕੜ ਉਹਦੇ ਬਾਗ ਨੇ, ਪਤਾ ਨਹੀਂ ਕਿੰਨੇ ਕਿਸਮਾਂ ਦੇ ਫਲ ਉਹਦੇ ਬਾਗਾਂ ਵਿੱਚ ਹੁੰਦੇ ਨੇ, ਕਿੰਨੇ ਕਿਸਮਾਂ ਦੇ ਫੁੱਲ ਉਹਦੇ ਬਗੀਚਿਆਂ ਵਿੱਚ ਪੈਦਾ ਹੁੰਦੇ ਨੇ। ਤੇ ਜਾਣ ਵਾਲਾ ਬੰਦਾ ਜਿਹੜਾ ਸੀ ਨਾ, ਉਹਨੂੰ ਮਿਲਣ ਜਾਣ ਵਾਲਾ, ਉਹਨੇ ਇੱਕ ਬੁਕਟ ਲੈ ਲਿਆ, ਗੁਲਦਸਤਾ ਲੈ ਲਿਆ ਬਾਜ਼ਾਰ ਦੇ ਵਿੱਚੋਂ ਫੁੱਲਾਂ ਦਾ। ਤੇ ਮਨ ਹੀ ਮਨ ਸੋਚਦਾ, ਬੜਾ ਮਹਿੰਗਾ ਗੁਲਦਸਤਾ ਲਿਆ ਮੈਂ, ਜੇ ਇਹ ਫੁੱਲ ਵੇਖ ਕੇ ਉਹ ਬੰਦਾ ਜ਼ਰੂਰ ਮੇਰਾ ਅਹਿਸਾਨ ਮੰਨੇਗਾ ਵੀ ਮੈਂ ਇੰਨੀ ਵਧੀਆ ਚੀਜ਼ ਉਹਦੇ ਲਈ ਲੈ ਕੇ ਚੱਲਿਆ, ਉਹ ਜ਼ਰੂਰ ਮੇਰੇ ਅਹਿਸਾਨਾਂ ਥੱਲੇ ਦਬ ਜਾਏਗਾ। ਇਹ ਚੀਜ਼ ਉਹਨੂੰ ਕਿਸੇ ਭੇਟਾ ਕੀਤੀ ਨਹੀਂ ਹੋਣੀ ਅੱਜ ਤੱਕ। ਜਾਂ ਜਿਹੜਾ ਬਹੁਤ ਜ਼ਿਆਦਾ ਬਾਗਾਂ ਦਾ ਮਾਲਕ ਹੈ, ਉਹਦੇ ਲਈ ਬਾਜ਼ਾਰ ਦੇ ਵਿੱਚੋਂ 2-4 ਕਿਲੋ ਕੋਈ ਫਲ ਲੈ ਕੇ ਚਲਿਆ ਜਾਏ ਤੇ ਮਨ ਵਿੱਚ ਇਹ ਸੋਚੇ ਵੀ ਮੇਰੇ ਇਹ ਫਲ ਜਿਹੜੇ ਮੈਂ ਉਹਨੂੰ ਭੇਟ ਕਰਨੇ ਨੇ, ਤੋਹਫੇ ਵਜੋਂ ਦੇਣੇ ਨੇ, ਮੇਰਾ ਤਾਂ ਉਹਨੂੰ ਅਹਿਸਾਨ ਮੰਨਣਾ ਚਾਹੀਦਾ ਵੀ ਮੈਂ ਉਹਦੇ ਲਈ ਫਲ ਲੈ ਕੇ ਚੱਲਿਆ। ਭਾਈ ਸਾਹਿਬ ਕਹਿੰਦੇ ਵੀ ਐਸੇ ਮਨੁੱਖ ਨੂੰ ਤੁਸੀਂ ਸਿਆਣਾ ਆਖੋਗੇ ਜਾਂ ਅਣਜਾਣ ਆਖੋਗੇ? ਵੀ ਜਿਹਦੇ ਬਾਗਾਂ ਵਿੱਚ ਪਹਿਲਾਂ ਹੀ ਸੈਂਕੜੇ ਕਿਸਮ ਦੇ ਫਲ ਪੈਦਾ ਹੁੰਦੇ ਨੇ, ਉਹ ਮਾਲਕ ਹੈ। ਉਹਨੂੰ ਤੁਹਾਡੇ 2-4 ਕਿਲੋ ਦੇ ਫਲਾਂ ਦਾ ਅਹਿਸਾਨ ਮੰਨਣ ਦੀ ਕੀ ਲੋੜ ਹੈ? ਜਿਹੜਾ ਪਹਿਲੋਂ ਹੀ ਬਗੀਚਿਆਂ ਦਾ ਮਾਲਕ ਹੈ ਤੇ ਸੈਂਕੜੇ ਕਿਸਮ ਦੇ ਫੁੱਲ ਉਹਦੇ ਬਗੀਚਿਆਂ ਵਿੱਚ ਪੈਦਾ ਹੁੰਦੇ ਨੇ, ਉਹ ਤੁਹਾਡੇ 1-2 ਗੁਲਦਸਤਿਆਂ ਦੇ ਅਹਿਸਾਨ ਥੱਲੇ ਕਿਵੇਂ ਦੱਬ ਜਾਏ? ਤੇ ਤੁਸੀਂ ਕਾਹਦਾ ਗਰੂਰ ਕਰਦੇ ਹੋ? ਲਿਜਾਣ ਵਾਲਿਆ, ਤੂੰ ਕਾਹਦਾ ਗਰੂਰ ਕਰਦਾ? ਤੂੰ ਤਾਂ ਇੱਕ ਗੁਲਦਸਤਾ ਉਹ ਵੀ ਬਾਜ਼ਾਰ 'ਚੋਂ ਖਰੀਦਿਆ। ਇਹ ਉਹਦੇ ਹੀ ਬਾਗਾਂ ਦੇ, ਉਹਦੇ ਹੀ ਬਗੀਚਿਆਂ ਵਿੱਚੋਂ ਫੁੱਲ ਵਿਕ ਕੇ ਬਾਜ਼ਾਰ 'ਚ ਆਉਂਦੇ ਨੇ ਤੇ ਗੁਲਦਸਤੇ ਬਣਦੇ ਨੇ। ਤੂੰ 2 ਕਿਲੋ ਫਲ ਫਰੂਟ ਲੈ ਕੇ ਇੱਕ ਦੁਕਾਨ ਤੋਂ ਤੂੰ ਸੋਚਦਾ ਬੜਾ ਵੱਡਾ ਧਨੀ ਤੇ ਦਾਨੀ ਹੋ ਗਿਆ। ਉਹਦੇ ਬਾਗਾਂ ਦੇ ਵਿੱਚੋਂ ਸੈਂਕੜੇ ਕਿਸਮਾਂ ਦੇ ਫਲ ਬਾਜ਼ਾਰ ਦੇ ਵਿੱਚ ਆਉਂਦੇ ਨੇ, ਮੰਡੀਆਂ ਉਹਦੇ ਫਲਾਂ ਦੀ ਪ੍ਰੋਡਕਸ਼ਨ ਨਾਲ ਭਰੀਆਂ ਪਈਆਂ ਨੇ। ਹੁਣ ਸਵਾਲ ਇਹ ਵੀ ਉਹ ਥੋੜ੍ਹੀ ਜਿਹੀ ਚੀਜ਼ ਇੱਕ ਐਡੇ ਵੱਡੇ ਬੰਦੇ ਲਈ ਲੈ ਕੇ ਜਾਣ ਵਾਲਾ ਜੇ ਮਨ ਵਿੱਚ ਗਰੂਰ ਕਰੇ, ਇਹ ਸੋਚੇ ਕਿ ਮੈਂ ਬੜਾ ਵੱਡਾ ਦਾਨੀ ਹਾਂ, ਨਹੀਂ, ਤੂੰ ਆਪਣੀ ਸਮਰੱਥਾ ਤੇ ਵੇਖ। ਸਾਡੀ ਮਨੋ ਅਵਸਥਾ ਵੀ ਐਸੀ ਹੈ, ਅਸੀਂ ਸਾਰੀ ਜ਼ਿੰਦਗੀ ਮੰਗਦੇ ਹਾਂ, ਇੱਛਾ ਕਰਦੇ ਹਾਂ, ਪਰ ਥੋੜ੍ਹਾ ਜਿਹਾ ਜੇ ਅਸੀਂ ਧਰਮ ਦੇ ਖੇਤਰ ਵਿੱਚ ਆ ਕੇ ਜਾਂ ਸੰਸਾਰਕ ਖੇਤਰ ਵਿੱਚ ਥੋੜ੍ਹਾ ਜਿਹਾ ਰੱਬ ਲਈ, ਰੱਬ ਦਾ ਨਾਂ ਲੈ ਕੇ, ਦੇਵੀ ਦੇਵਤਿਆਂ ਦਾ ਨਾਂ, ਕਿਸੇ ਵੀ ਇਸ਼ਟ ਦਾ ਜਿਸ ਨੂੰ ਅਸੀਂ ਮੰਨਦੇ ਹਾਂ, ਤੇ ਸੋਚਦੇ ਹਾਂ ਮੈਂ ਕਿੱਡਾ ਵੱਡਾ ਦਾਨੀ ਹਾਂ, ਮੈਂ ਕਿੱਡਾ ਵੱਡਾ ਦਾਨ ਕਰਦਾ। ਮੇਰੇ ਗਰੀਬ ਨਵਾਜ਼ ਪਾਤਸ਼ਾਹ ਆਖਦੇ ਨੇ, ਤੈਨੂੰ ਸਮਝ ਹੋਣੀ ਚਾਹੀਦੀ ਹੈ ਵੀ ਤੇਰਾ ਆਪਣਾ ਕੀ ਹੈ। ਇਹ ਸਰੀਰ ਤੇਰਾ ਆਪਣਾ ਨਹੀਂ, ਇਹ ਉਹਦੀ ਦਾਤ ਹੈ। ਪ੍ਰਾਣ ਉਸਨੇ ਸਰੀਰ ਵਿੱਚ ਪਾਏ, ਇਹ ਉਹਦੀ ਦਾਤ ਹੈ। ਤੈਨੂੰ ਇਹ ਸੁਰਤ ਸੋਝੀ ਬਖਸ਼ਿਸ਼ ਕੀਤੀ, ਉਹਦੀ ਦਾਤ। ਆਪਾਂ ਜਿਸ ਵੇਲੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਗੁਰੂ ਅਰਜਨ ਸਾਹਿਬ ਮਹਾਰਾਜ ਕੀ ਫਰਮਾਉਂਦੇ ਨੇ? ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਵੀ 36 ਪ੍ਰਕਾਰ ਦੇ ਪਕਵਾਨ, ਜਿੰਨਾ ਕੁਝ ਵੀ ਤੂੰ ਖਾਣਾ ਹੈ ਤੇਰੀ ਪ੍ਰੋਡਕਸ਼ਨ ਨਹੀਂ, ਇਸ ਕੁਦਰਤ ਦੇ ਨੈਚੁਰਲ ਸੋਰਸਸ ਨੇ। ਤੈਨੂੰ ਉਸਨੇ ਗਿਆਨ ਇੰਦਰੇ ਦਿੱਤੇ, ਸਰੀਰ ਦਿੱਤਾ, ਚੇਤਨਾ ਦਿੱਤੀ, ਆਤਮਾ ਦਿੱਤੀ, ਧਰਤੀ, ਹਵਾ, ਪਾਣੀ, ਅੱਗ, ਸਭੋ ਕੁਝ ਉਸ ਪਰਮੇਸ਼ਰ ਦੀ ਪ੍ਰੋਡਕਸ਼ਨ ਹੈ। ਤੂੰ ਕੀ ਦੇ ਸਕਦਾ ਕਿਸੇ ਨੂੰ? ਤੇਰੀ ਕੀ ਸਮਰੱਥਾ ਹੈ? ਤੇਰਾ ਆਪਣਾ ਕੀ ਹੈ? ਹੁਣ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਨੂੰ ਇਹ ਉਪਦੇਸ਼ ਦਿੰਦੇ ਨੇ, ਉਹਦਾ ਭਾਵ ਹੁੰਦਾ ਵੀ ਮਨੁੱਖ ਇਹ ਸਮਝ ਲਵੇ ਵੀ ਕੋਈ ਸੰਸਾਰ ਵਿੱਚ ਤੇਰੇ ਕੋਲ ਐਸੀ ਭੇਟਾ ਨਹੀਂ ਜਿਹੜੀ ਤੂੰ ਦੇ ਕੇ ਇਹ ਸਮਝੇ ਵੀ ਮੈਂ ਬੜਾ ਵੱਡਾ ਦਾਨੀ ਹੋ ਗਿਆ। ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨਹਾਰ ਜਾਣੈ ਗਵਾ। ਫਿਰ ਮਹਾਰਾਜ ਨੇ ਪ੍ਰਸ਼ਨ ਬਾਣੀ 'ਚ ਉਠਾਇਆ ਵੀ ਫਿਰ ਉਹਨੂੰ ਕੀ ਭੇਟ ਕੀਤਾ ਜਾ ਸਕਦਾ? ਸਤਿਗੁਰੂ ਆਖਦੇ ਨੇ, ਤੂੰ ਇਮਾਨ ਪ੍ਰਸਤੀ ਭੇਟ ਕਰ ਸਕਦਾ। ਤਨ ਮਨ ਅਰਪੋਂ ਪੂਜ ਚਰਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ।
ਤੂੰ ਕੀ ਭੇਟ ਕਰ ਸਕਦਾ ਹੈ? ਆਪਣਾ ਵਜੂਦ ਸਮਰਪ, ਉਹਦੀ ਰਜ਼ਾ 'ਚ ਚੱਲ, ਇਹੀ ਸਭ ਤੋਂ ਵੱਡੀ ਭੇਟ ਹੈ। ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੀ ਸਭ ਤੋਂ ਵੱਡੀ ਭੇਟ ਹੈ। ਉਹਦਾ ਭਾਣਾ ਮੰਨਣਾ ਹੀ ਸਭ ਤੋਂ ਵੱਡੀ ਭੇਟ ਹੈ। ਹੋਰ ਤੂੰ ਪਦਾਰਥ ਨਾਲ, ਪਦਾਰਥ ਭੇਟ ਕਰਕੇ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਪ ਬਾਣੀ ਵਿੱਚ, ਜਿਹਨੂੰ ਆਪਾਂ ਅਦਬ ਨਾਲ ਜਪਜੀ ਸਾਹਿਬ ਆਖਦੇ ਹਾਂ, ਕਿੱਡਾ ਅਹਿਮ ਸਤਿਗੁਰੂ ਪਾਤਸ਼ਾਹ ਨੇ ਪ੍ਰਸ਼ਨ ਉਠਾਇਆ, ਜਿੱਥੇ ਹਜ਼ੂਰ ਆਖਦੇ ਨੇ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਇਹ ਦੋ ਪੰਕਤੀਆਂ। ਫੇਰ, ਫੇਰ ਮਤਲਬ ਮੁੜ ਕੇ, ਫੇਰ ਕੇ ਅੱਗੇ ਰੱਖੀਐ, ਉਹਦੇ ਅੱਗੇ ਕੀ ਭੇਟਾ ਧਰੀਏ, ਜਿਸ ਭੇਟਾ ਨੂੰ ਵੇਖ ਕੇ ਉਹ ਪ੍ਰਸੰਨ ਹੋਵੇ, ਖੁਸ਼ ਹੋਵੇ, ਤੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਦਰ ਮੈਨੂੰ ਦਿਸਣ ਲੱਗ ਪਵੇ, ਉਹਦੇ ਦਰ ਦੀ ਸੋਝੀ ਮੈਨੂੰ ਹੋ ਜਾਏ। ਮੂੰਹੋਂ ਕੇ ਬੋਲਣ ਬੋਲੀ, ਉਹ ਕਿਹੜਾ ਬੋਲ ਹੈ, ਉਹ ਕਿਹੜੀ ਗੱਲ ਹੈ ਜਿਹੜੀ ਮੈਂ ਆਪਣੀ ਰਸਨਾ ਤੋਂ ਕਹਾਂ ਤੇ ਮੇਰੇ ਉਹ ਬੋਲ ਸੁਣ ਕੇ ਮੇਰਾ ਪ੍ਰਭੂ ਪਰਮੇਸ਼ਰ ਪ੍ਰਸੰਨ ਹੋ ਕੇ, ਖੁਸ਼ ਹੋ ਕੇ, ਮੂੰਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ, ਜਿਸ ਨੂੰ ਸੁਣ ਕੇ ਉਹ ਪਰਮੇਸ਼ਰ ਮੈਨੂੰ ਆਪਣਾ ਸਮਝ ਲਏ, ਮੈਨੂੰ ਆਪਣੇ ਨੇੜੇ ਕਰ ਲੈ, ਮੈਨੂੰ ਉਹਦੀ ਸੋਝੀ ਹੋ ਜਾਏ। ਤੇ ਸਤਿਗੁਰੂ ਨੇ ਇਹਨਾਂ ਦੋਵਾਂ ਪੰਕਤੀਆਂ ਦਾ ਇੱਕੋ ਹੀ ਉੱਤਰ ਦਿੱਤਾ। ਉਹ ਉੱਤਰ ਕੀ ਹੈ? ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ, ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ। ਇਵੇਂ ਜਾਣੀਐ, ਇਵੇਂ ਜਾਣਿਆ ਜਾਂਦਾ ਹੈ। ਫਿਰ ਸਮਝ ਪੈਂਦੀ ਹੈ ਵੀ ਉਹ ਸੱਚ ਭਰਪੂਰ ਪਰਮੇਸ਼ਰ ਹਰ ਜਗ੍ਹਾ ਦੇ ਉੱਤੇ ਹੈ। ਪਰ ਕਿਵੇਂ? ਅੰਮ੍ਰਿਤ ਵੇੜਾ ਸਚ ਨਾਉ ਵਡਿਆਈ ਵਿਚਾਰ। ਕਿਸੇ ਪਦਾਰਥ ਦਾ ਜ਼ਿਕਰ ਤੇ ਨਹੀਂ ਨਾ ਕੀਤਾ, ਕੋਈ ਬਾਹਰੀ ਭੇਟਾ ਦਾ ਜ਼ਿਕਰ ਤੇ ਨਹੀਂ ਨਾ ਕੀਤਾ। ਹੁਣ ਖਿਆਲ ਵਿੱਚ ਰੱਖੀਏ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਮੁਬਾਰਕ ਬਾਣੀ ਵਿੱਚ ਆਖਿਆ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਭੋ ਕੁਝ ਹੈ। ਸ਼ਹੀਦ ਸ਼ਬਦ ਦੀ ਮਹੱਤਤਾ ਇਹ ਹੈ, ਕਦੇ ਇਹ ਨਾ ਸੋਚਣਾ ਵੀ ਸ਼ਾਇਦ ਉਸ ਬਲੀਦਾਨ ਸ਼ਬਦ, ਕਿਉਂਕਿ ਉਹ ਵਰਤਿਆ ਜਾਂਦਾ ਹੈ, ਮੈਂ ਇਸ ਕਰਕੇ ਉਹਦੀ ਐਕਸਪਲੇਨੇਸ਼ਨ ਤੁਹਾਡੇ ਸਾਹਮਣੇ ਰੱਖੀ ਹੈ ਵੀ ਬਲੀਦਾਨ ਦਾ ਪਿਛੋਕੜ ਗੁਰੂਰ ਭਰਿਆ। ਇਹ ਸ਼ਬਦ ਕਹਿੰਦਾ ਵੀ ਮੇਰਾ ਕੁਝ ਹੈ ਜਿਹੜਾ ਮੈਂ ਦੇ ਰਿਹਾ, ਨਹੀਂ, ਸ਼ਹੀਦ ਐਸਾ ਨਹੀਂ ਸੋਚਦਾ। ਸ਼ਹੀਦ ਸ਼ਬਦ ਦਾ ਅਰਥ ਕੀ ਹੈ? ਸਾਖੀ, ਗਵਾਹ। ਕਾਹਦਾ ਗਵਾਹ? ਸੱਚ ਦਾ ਗਵਾਹ, ਜਿਹੜਾ ਸੱਚ ਨੂੰ ਆਪਣੇ ਜੀਵਨ ਵਿੱਚ ਜੀਂਦਾ ਹੈ। ਹਾਂ, ਇਸਲਾਮਿਕ ਜਗਤ ਵਿੱਚ ਕੋਈ ਸ਼ਹੀਦ ਸ਼ਬਦ ਦੀ ਐਸੀ ਵਿਆਖਿਆ ਹੈ। ਉਹ ਕੀ ਵਿਆਖਿਆ? ਵੀ ਜਿਹੜਾ ਆਪਣੇ ਮਜ਼ਹਬੀ ਅਕੀਦੇ ਦੇ ਮੁਤਾਬਕ, ਮਜ਼ਹਬੀ ਵਿਸ਼ਵਾਸ ਦੇ ਮੁਤਾਬਕ ਕਾਫਰਾਂ ਵਿਰੁੱਧ ਲੜਦਾ ਹੋਇਆ ਕੁਰਬਾਨ ਹੋ ਜਾਏ, ਉਹ ਸ਼ਹੀਦ ਹੈ। ਮੂਮਨਤਾਈ ਨੂੰ ਕਮਾਉਂਦਾ ਹੋਇਆ ਕੁਫਰ ਦੇ ਵਿਰੁੱਧ, ਫਿਰ ਉਹਨੂੰ ਬਹਿਸ਼ਤ ਮਿਲਦਾ, ਉਹਦੇ ਸਾਰੇ ਪਾਪ ਕੱਟੇ ਜਾਂਦੇ ਨੇ, ਫਿਰ ਉਹ ਬਹਿਸ਼ਤਾਂ ਵਿੱਚ ਵਾਸਾ ਪਾਉਂਦਾ, ਦੋਜ਼ਖ ਦੀ ਅੱਗ ਤੋਂ ਬਚ ਜਾਂਦਾ ਤੇ ਉਹ ਮੁਕਤ ਹੋ ਜਾਂਦਾ। ਇਹ ਉਹਨਾਂ ਦੀ ਐਕਸਪਲੇਨੇਸ਼ਨ ਹੈ ਆਪਣੀ। ਇਹ ਠੀਕ ਹੈ, ਸ਼ਬਦ ਸਾਡੇ ਸੱਭਿਆਚਾਰ ਵਿੱਚ ਆਇਆ, ਪਰ ਇੱਥੇ ਸ਼ਹੀਦ ਸ਼ਬਦ ਦੇ ਅਰਥ ਬਿਲਕੁਲ ਡਿਫਰੈਂਟ ਨੇ, ਬਿਲਕੁਲ ਵੱਖਰੇ ਨੇ। ਇੱਥੇ ਨਾ ਤਾਂ ਕੋਈ ਮੁਕਤੀ ਲਈ ਸ਼ਹੀਦ ਹੁੰਦਾ ਹੈ, ਨਾ ਇੱਥੇ ਉਹ ਆਪਣੇ ਪਾਪ ਕਟਾਉਣ ਵਾਸਤੇ ਸ਼ਹੀਦ ਹੁੰਦਾ ਵੀ ਮੇਰੇ ਪਾਪ ਕੱਟੇ ਜਾਣ। ਇੱਥੇ ਸ਼ਹੀਦ ਕਿਹਾ ਹੀ ਉਹਨੂੰ ਜਾਂਦਾ ਹੈ ਜਿਹੜਾ ਪਰ ਸਵਾਰਥ ਲਈ, ਦੂਜੇ ਦੇ ਭਲੇ ਲਈ, ਕਿਸੇ ਅਸੂਲ ਲਈ, ਸੱਚ ਲਈ, ਧਰਮ ਲਈ ਆਪਣਾ ਆਪ ਕੁਰਬਾਨ ਕਰਦਾ ਹੈ, ਆਪਣੇ ਜਿਸਮ ਤੱਕ ਦੀ ਵੀ ਪਰਵਾਹ ਨਾ ਕਰੇ। ਮੈਂ ਇੱਕ ਪੰਕਤੀ ਭਾਈ ਗੁਰਦਾਸ ਜੀ ਦੀ ਤੁਹਾਡੇ ਸਾਹਮਣੇ ਰੱਖਦਾ। ਉਹ ਲਿਖਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਭਾਈ ਸਾਹਿਬ ਜੀ ਇੱਥੇ ਜ਼ਿਕਰ ਕਿਹਦਾ ਕਰਦੇ ਨੇ? ਮੁਰੀਦ। ਮੁਰੀਦ ਦਾ ਮਤਲਬ ਹੈ ਸੇਵਕ। ਕਹਿੰਦੇ ਗੁਰੂ ਦਾ ਸੇਵਕ ਕੈਸਾ ਹੁੰਦਾ? ਗੁਰੂ ਦੇ ਸੇਵਕ ਦੀ ਤਸਵੀਰ ਕੀ ਹੈ? ਗੁਰੂ ਦੇ ਸੇਵਕ ਦਾ ਜੀਵਨ ਦਾ ਮਿਆਰ ਕੀ ਹੈ? ਉਹਦੀ ਜ਼ਿੰਦਗੀ ਕਿਹੋ ਜਿਹੀ ਹੈ? ਉਹਦਾ ਲਾਈਫ ਸਟਾਈਲ ਕੀ ਹੈ? ਭਾਈ ਸਾਹਿਬ ਲਿਖਦੇ ਨੇ, ਉਹ ਮੁਰਦਾ ਬੰਦਾ, ਜਾਨੀ ਕਿ ਈਗੋ ਤੋਂ, ਹਉਮੈ ਤੋਂ, ਹੰਕਾਰ ਤੋਂ ਰਹਿਤ। ਉਹਨੂੰ ਕਿਸੇ ਕਿਸਮ ਦੀ ਹਉਮੈ ਹੋਵੇ ਹੀ ਨਾ, ਉਹਦੇ ਅੰਦਰ ਹਉ ਹੀ ਨਹੀਂ। ਉਹਨੇ ਆਪਣਾ ਵਜੂਦ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਕਰ ਦਿੱਤਾ ਹੈ। ਉਹਨੂੰ ਕਿਸੇ ਕਿਸਮ ਦਾ ਗਰੂਰ ਨਹੀਂ, ਨਾ ਤਾਕਤ ਦਾ, ਨਾ ਜਿਸਮ ਦਾ, ਨਾ ਹੁਨਰ ਦਾ, ਕਿਸੇ ਵੀ ਪਦਾਰਥ, ਕਿਸੇ ਵਸਤੂ ਦਾ। ਈਵਨ ਇੱਥੋਂ ਤੱਕ ਉਹ ਧਰਮ ਕਰਮ ਵੀ, ਉਹ ਗੁਰੂ ਦੇ ਦੱਸੇ ਰਾਹ 'ਤੇ ਵੀ ਤੁਰਦਾ ਹੋਵੇ,
ਉਹਨੂੰ ਉਹਦਾ ਵੀ ਗਰੂਰ ਨਹੀਂ। ਅਸੀਂ ਤਾਂ ਬਾਣੀ ਪੜ੍ਹ ਕੇ ਹੰਕਾਰੀ ਹੋ ਜਾਂਦੇ ਹਾਂ ਨਾ, ਥੋੜ੍ਹੀ ਸੇਵਾ ਕਰ ਲਈ ਤੇ ਸਾਡੀ ਬੋਲੀ ਬਦਲ, ਸਾਨੂੰ ਐਵੇਂ ਲੱਗਦਾ ਧਰਮ ਸਾਡੇ ਸਿਰ ਤੇ ਖੜਾ ਹੈ, ਸਾਨੂੰ ਲੱਗਦਾ ਦੁਨੀਆ ਅਸੀਂ ਚੁੱਕੀ ਹੋਈ ਹੈ। ਨਹੀਂ, ਇਹ ਅਸੀਂ ਆਪਣੀ ਈਗੋ ਲਈ ਕਰ ਰਹੇ। ਜੇ ਸਾਡੇ ਅੰਦਰ ਇਹ ਭਾਵਨਾ ਵੱਧ ਰਹੀ ਹੈ ਨਾ, ਇਹ ਸੋਚ ਵੱਧ ਰਹੀ ਹੈ, ਤੇ ਸਮਝਣਾ ਵੀ ਅਸੀਂ ਜੋ ਕਰ ਰਹੇ ਹਾਂ ਉਹ ਸਾਡੀ ਹਉਮੈ ਨੂੰ ਵਧਾ ਰਿਹਾ, ਘਟਾ ਨਹੀਂ ਰਿਹਾ। ਜੇ ਮੈਂ ਕਿਸੇ ਦੀ ਹੈਲਪ ਕਰ ਦਿੱਤੀ ਤੇ ਉਹਦਾ ਗਰੂਰ ਹੋ ਗਿਆ। ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਉਂ ਨੇ? ਇਸੇ ਨੂੰ ਤਾਂ ਗੁਰੂ ਨੌਵੇਂ ਪਾਤਸ਼ਾਹ ਨੇ ਕਿਹਾ ਸੀ, ਤੀਰਥ ਬ੍ਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਵੀ ਕੋਈ ਚੰਗਾ ਕਰਮ ਜਿਹਨੂੰ ਅਸੀਂ ਚੰਗਾ ਕਰਮ ਸਮਝਦੇ ਹਾਂ ਜਾਂ ਕੋਈ ਪ੍ਰੈਕਟਿਸ ਆ, ਉਹ ਇਸ ਕਰਕੇ ਕਰਨੀ ਹੈ ਵੀ ਸਾਡੇ ਅੰਤਰ ਆਤਮੇ ਨੂੰ ਕੋਈ ਫਰਕ ਪਵੇ, ਸਾਡਾ ਕੋਈ ਮਨ ਬਦਲੇ, ਸਾਡੀ ਕੋਈ ਸੁਰਤ ਬਦਲੇ, ਸਾਡੇ ਕੋਈ ਵਿਚਾਰ ਬਦਲਣ, ਸਾਡਾ ਕੋਈ ਜੀਵਨ ਢੰਗ ਬਦਲੇ, ਵਿਹਾਰ ਬਦਲੇ। ਤੇ ਜੇ ਮੇਰੇ ਵਿਹਾਰ ਚ ਅੱਗੇ ਨਾਲੋਂ ਵੀ ਵੱਧ ਹੰਕਾਰ ਆ ਰਿਹਾ ਤੇ ਇਹਦਾ ਮਤਲਬ ਹੈ ਮਰਜ਼ ਬੜਤਾ ਗਿਆ ਜੂੰ ਜੂੰ ਦਵਾ ਕੀ, ਕਿ ਜਿਉਂ ਜਿਉਂ ਦਵਾਈ ਲੈ ਰਿਹਾ ਤੇ ਉਹ ਤੋਂ ਰੋਗ ਵੀ ਵਧੀ ਜਾ ਰਿਹਾ। ਇਹਦਾ ਮਤਲਬ ਕੁਝ ਪਰਹੇਜ਼ ਵੀ ਤਾਂ ਕਰਨੇ ਜ਼ਰੂਰੀ ਸਨ। ਸਾਡੇ ਜੀਵਨ ਦੀ ਤਾਂ ਬੜੀ ਅਨੋਖੀ ਬਾਤ ਹੈ। ਖੈਰ ਇੱਥੇ ਭਾਈ ਸਾਹਿਬ ਕੀ ਆਖਦੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਉਹ ਸਬਰ ਦੀ ਮੂਰਤ ਹੋਵੇ, ਸਿਦਕ ਉਹਦੇ ਅੰਦਰ ਟੁੱਟ ਸਿਦਕ ਯਕੀਨ ਹੋਵੇ, ਬੇਸਿਦਕਾ ਨਾ ਹੋਵੇ। ਸ਼ਹੀਦ ਗਵਾਹ ਬਣੇ, ਆਪਣੇ ਗੁਰੂ ਦੇ ਉਪਦੇਸ਼ ਦਾ ਸਾਖੀ ਬਣੇ। ਗੁਰੂ ਉਪਦੇਸ਼ ਕੀ ਉਹਦੇ ਜੀਵਨ ਵਿੱਚੋਂ ਪ੍ਰਗਟ ਹੋਵੇ, ਉਹਦੇ ਵਿਹਾਰ ਵਿੱਚੋਂ ਪ੍ਰਗਟ ਹੋਵੇ, ਉਹਦੀ ਸੁਰਤ ਵਿੱਚੋਂ ਪ੍ਰਗਟ ਹੋਵੇ, ਉਹ ਗਵਾਹ ਹੋਵੇ ਕਿ ਸ਼ਬਦ ਇਹੋ ਜਿਹੀ ਬਰਕਤ ਪੈਦਾ ਕਰਦਾ ਜੀਵਨ 'ਚ। ਅੱਜ ਜਿਸ ਵੇਲੇ ਆਪਾਂ ਗੁਰੂ ਸ਼ਬਦ ਦੀ ਗੱਲ ਕਰਦੇ ਹਾਂ ਤਾਂ ਆਪਾਂ ਉਦਾਹਰਣ ਕਿਹਦੀ ਲੈਂਦੇ ਹਾਂ? ਮਤਲਬ ਗੁਰੂ ਦਾ ਹੁਕਮ ਕਿਵੇਂ ਮੰਨਿਆ ਜਾਏ, ਇਸ ਗੱਲ ਦੀ ਉਦਾਹਰਣ ਆਪਾਂ ਲੈਂਦੇ। ਤੇ ਭਾਈ ਲਹਿਣਾ ਜੀ ਦੇ ਜੀਵਨ ਦੀਆਂ ਸਾਖੀਆਂ ਪੜ੍ਹਦੇ ਹਾਂ ਨਾ ਆਪਾਂ, ਗੁਰੂ ਅੰਗਦ ਸਾਹਿਬ ਜੀ। ਵੇਖੋ ਸ਼ਬਦ ਦੀ ਐਕਸਪਲੇਨੇਸ਼ਨ ਦੇਣ ਲਈ ਗੁਰੂ ਆਗਿਆ ਵਿੱਚ ਕਿਸ ਤਰ੍ਹਾਂ ਸਿੱਖ ਨੂੰ ਚੱਲਣਾ ਚਾਹੀਦਾ ਹੈ, ਇਹ ਗੱਲ ਸਮਝਾਉਣ ਲਈ ਆਪਾਂ ਭਾਈ ਲਹਿਣਾ ਜੀ ਦੇ ਜੀਵਨ ਵੱਲ ਤੱਕਦੇ ਹਾਂ, ਬਾਬਾ ਅਮਰਦਾਸ ਸਾਹਿਬ ਜੀ ਦੇ ਜੀਵਨ ਵੱਲ ਤੱਕਦੇ ਹਾਂ, ਭਾਈ ਮੰਝ ਦੇ ਜੀਵਨ ਵੱਲ ਤੱਕਦੇ ਹਾਂ। ਸ਼ਹੀਦ ਹੋ ਗਏ ਨਾ, ਗਵਾਹ ਹੋ ਗਏ ਨਾ, ਉਹ ਵੀ ਇਵੇਂ ਸ਼ਬਦ ਨੂੰ ਮੰਨਿਆ ਜਾਂਦਾ ਹੈ। ਗਵਾਹੀ ਕਿਹਦੀ ਹੈ? ਉਹਨਾਂ ਦੇ ਜੀਵਨ ਦੀ। ਮੰਨ ਲਓ ਸ਼ਬਦ ਉਹਨਾਂ ਦੇ ਜੀਵਨ 'ਚੋਂ ਪ੍ਰਗਟ ਹੋ ਰਿਹਾ। ਸੱਚ ਕਿਵੇਂ ਕਮਾਇਆ ਜਾਂਦਾ ਹੈ, ਕਿਹਦੀ ਗਵਾਹੀ ਲਈਏ, ਕਿਵੇਂ ਕਮਾਇਆ ਜਾਏ? ਜਿਵੇਂ ਗੁਰੂ ਅਰਜਨ ਸਾਹਿਬ ਨੇ ਕਮਾਇਆ। ਸੱਚ ਤੋਂ ਕਿਵੇਂ ਕੁਰਬਾਨ ਹੋਇਆ ਜਾਂਦਾ? ਜਿਵੇਂ ਗੁਰੂ ਅਰਜਨ ਸਾਹਿਬ ਹੋਏ, ਗਵਾਹ ਹੋ ਗਏ ਨਾ ਉਹ ਸੱਚ ਦੇ। ਉਹਨਾਂ ਗਵਾਹੀ ਦਿੱਤੀ ਸੱਚ ਦੀ, ਜ਼ਿੰਦਗੀ ਭਰ ਦਿੱਤੀ, ਹਰ ਸਾਹ ਨਾਲ ਗਵਾਹੀ ਦਿੱਤੀ। ਪਰ ਓੜਕ ਨੂੰ ਜਿਸ ਵੇਲੇ ਆਪਣਾ ਸਰੀਰ ਵੀ ਕੁਰਬਾਨ ਕਰਨ ਦਾ ਵਕਤ ਆਇਆ ਤੇ ਸਰੀਰ ਵੀ ਲੇਖੇ ਲੱਗ ਗਿਆ, ਉਹ ਗਵਾਹ ਹੋ ਗਏ, ਸ਼ਹੀਦ ਹੋ ਗਏ। ਤੋ ਇਵੇਂ ਭਾਈ ਗੁਰਦਾਸ ਜੀ ਇਸ ਸ਼ਬਦ ਦੀ ਵਰਤੋਂ ਆਪਣੀ ਪੌੜੀ ਵਿੱਚ, ਆਪਣੀ ਰਚਨਾ ਵਿੱਚ, ਆਪਣੀ ਲੇਖਣੀ ਵਿੱਚ ਕਰਦੇ ਨੇ। ਤੋ ਸ਼ਹੀਦ ਸ਼ਬਦ ਜਿਹੜਾ ਹੈ ਸਿੱਖ ਸੰਕਲਪ ਦੇ ਵਿੱਚ ਬੜੇ ਖਾਸ ਅਰਥ ਰੱਖਦਾ ਹੈ। ਇੱਥੇ ਕੋਈ ਮੁਕਤੀ ਲੈਣ ਵਾਸਤੇ ਨਹੀਂ, ਨਾ ਇੱਥੇ ਕੋਈ ਵੀ ਮੇਰੇ ਪਾਪ ਕੱਟੇ ਜਾਣ ਜਾਂ ਮੈਨੂੰ ਕੋਈ ਸਵਰਗ ਮਿਲ ਜਾਏ ਜਾਂ ਕਿ ਹੂਰਾਂ ਜਾਂ ਜੰਨਤ ਮਿਲ ਜਾਏ, ਇਸ ਭਾਵਨਾ ਦੀ ਨਹੀਂ ਹੋਇਆ। ਇੱਥੇ ਇੱਕ ਸੱਚ ਦਾ ਪੱਖ ਲਿਆ ਜਾਂਦਾ, ਜ਼ੁਲਮ ਦੇ ਵਿਰੁੱਧ ਵਿੱਚ, ਮਜ਼ਲੂਮ ਦੇ ਹੱਕ ਵਿੱਚ, ਸੱਚ ਦੀ ਤਸ਼ਦੀਦ ਕਰਦਿਆਂ, ਸੱਚ ਦੀ ਗਵਾਹੀ ਦਿੰਦਿਆਂ ਹੋਇਆਂ, ਤਰਦੀਦ ਕਰਦਿਆਂ ਹੋਇਆਂ ਆਪਣਾ ਆਪ ਕੁਰਬਾਨ ਕੀਤਾ ਜਾਂਦਾ। ਤੇ ਸ਼ਹੀਦ ਬੜੀਆਂ ਮੰਜ਼ਲਾਂ ਨੂੰ ਲੰਘ ਕੇ, ਬੜੇ ਪੜਾਵਾਂ ਨੂੰ ਲੰਘ ਕੇ ਇਸ ਮੰਜ਼ਲ ਤੱਕ, ਸ਼ਹੀਦ ਦੀ ਮੰਜ਼ਲ ਤੱਕ ਕੋਈ ਪਹੁੰਚਦਾ ਹੈ ਜਿਸ ਨੇ ਆਪਣੇ ਸਵਾਰਥ ਨੂੰ ਕਾਬੂ ਕਰ ਲਿਆ ਹੋਏ, ਆਪਣੇ ਡਰ ਦੇ ਉੱਤੇ ਕਾਬੂ ਕਰ ਲਿਆ ਹੋਏ, ਜਿਸ ਲਈ ਸੰਸਾਰ ਦਾ ਹਰ ਸਵਾਰਥ ਤੁੱਛ ਹੋ ਜਾਏ, ਨੀਵਾਂ ਹੋ ਜਾਏ, ਛੋਟਾ ਪੈ ਜਾਏ, ਜਿਸ ਨੂੰ ਕੇਵਲ ਤੇ ਕੇਵਲ ਅਸੂਲ ਤੇ ਸੱਚ ਦੇ ਹੀ ਦੀਦਾਰ ਹੁੰਦੇ ਹੋਣ, ਜਿਹੜਾ ਆਪਣੀ ਮੌਤ ਦੇ ਡਰ ਤੱਕ ਦੇ ਉੱਤੇ ਵੀ ਕਾਬੂ, ਤਬਾਹੀ ਦੇ ਡਰ ਉੱਤੇ ਵੀ ਕਾਬੂ ਪਾ, ਸਵਾਰਥ ਤੇ ਡਰ ਤੇ ਕਾਬੂ ਪਾ ਕੇ ਹੀ ਕੋਈ ਬੰਦਾ ਸ਼ਹੀਦ ਦੀ ਮੰਜ਼ਲ ਤੱਕ ਪਹੁੰਚਦਾ। ਐਸਾ ਨਹੀਂ ਵੀ ਐਵੇਂ ਅਣਜਾਣ ਪੁਣੇ 'ਚ ਕਿਧਰੇ ਭੁਲੇਖੇ ਵਿੱਚ ਹੀ ਬੰਦਾ ਰਗੜਿਆ ਜਾਏ ਤੇ ਕਹਿ ਦੇ ਵੀ ਇਹ ਤਾਂ ਸ਼ਹੀਦ ਹੈ ਜੀ। ਇਹ ਤਾਂ ਅਸੀਂ ਬਣਾਉਂਦੇ ਹਾਂ ਮਗਰ। ਪਰ ਵੇਖਣਾ ਆਇਆ ਵੀ ਜਿਸ ਮਨੁੱਖ ਨੇ ਆਪਣਾ ਆਪ ਕੁਰਬਾਨ ਕੀਤਾ, ਉਹਦੀ ਜ਼ਿੰਦਗੀ ਕੀ ਹੈ, ਉਹ ਕਿਸ ਮਸਲੇ ਦੇ ਉੱਤੇ ਖੜਾ ਹੈ, ਕਿਸ ਪੱਖ ਦੇ ਉੱਤੇ ਖੜਾ ਹੈ।
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜਿਸ ਵੇਲੇ ਆਪਾਂ ਵਿਚਾਰ ਕਰਦੇ ਹਾਂ ਸਤਿਗੁਰਾਂ ਦੇ ਜੀਵਨ ਦੀ, ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬੜੇ ਵੱਡੇ ਆਦਰਸ਼ ਵਾਸਤੇ ਆਪਣਾ ਆਪ, ਆਪਣਾ ਜਿਸਮ ਤੱਕ ਵੀ, ਆਪਣਾ ਵਜੂਦ ਤੱਕ ਵੀ ਲੇਖੇ ਲਾਇਆ। ਔਰ ਕੇਵਲ ਇਕੱਲਾ ਉਹਨਾਂ ਦਾ ਪਿਛਲਾ ਜੀਵਨ ਵੀ ਤਾਂ ਵੇਖੀਏ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣਾ ਇੱਕ ਇੱਕ ਪਲ, ਆਪਣਾ ਇੱਕ ਇੱਕ ਸਾਹ, ਆਪਣੀ ਜ਼ਿੰਦਗੀ ਦੀ ਇੱਕ ਇੱਕ ਖੁਸ਼ੀ, ਆਪਣੀ ਜ਼ਿੰਦਗੀ ਦੇ ਇੱਕ ਇੱਕ ਸਦਰ ਉਸ ਸੱਚ ਦੇ ਮਾਰਗ ਦੇ ਉੱਤੇ, ਧਰਮ ਦੇ ਮਾਰਗ ਦੇ ਉੱਤੇ ਅਡੋਲ ਤੁਰਦਿਆਂ ਹੋਇਆਂ, ਬੜੇ ਬੇਪਰਵਾਹ ਹੋ ਕੇ ਆਪਣਾ ਸਫ਼ਰ ਕਰਦਿਆਂ ਹੋਇਆਂ ਲੇਖੇ ਲਾਈਏ। ਕਿੰਨਾ ਕੁਝ ਕੁਰਬਾਨ ਕਰਨਾ ਪਿਆ ਗੁਰੂ ਅਰਜਨ ਸਾਹਿਬ ਨੂੰ ਆਪਣੇ ਜੀਵਨ ਵਿੱਚ। ਕੁੱਲ ਮਖਲੂਕ ਦੇ ਲੋਕ ਆਪਣੇ ਸਵਾਰਥ ਲਈ ਜੀਂਦੇ ਨੇ, ਸਵਾਰਥ ਲਈ ਦੂਜੇ ਦਾ ਖੋਹ ਲੈਂਦੇ ਨੇ, ਸਵਾਰਥ ਲਈ ਮਰ ਮਿਟਦੇ ਨੇ, ਪਰ ਸਵਾਰਥ ਲਈ, ਭਲੇ ਲਈ, ਨਿਰਸਵਾਰਥ ਹੋ ਕੇ ਦੂਜੇ ਦੇ ਹਿੱਤਾਂ ਲਈ, ਜ਼ੁਲਮ ਦੇ ਵਿਰੋਧ ਵਿੱਚ ਸੱਚ ਦੇ ਪੱਖ ਉੱਤੇ ਖਲੋ ਕੇ ਕੋਈ ਜ਼ਿੰਦਗੀ ਜੀਵੇ, ਉਹਨੂੰ ਜ਼ਿੰਦਗੀ 'ਚ ਵੀ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਨੇ। ਔਰ ਐਸੀ ਘੜੀ ਵੀ ਆ ਪਹੁੰਚਦੀ ਹੈ ਜਿਸ ਵੇਲੇ ਉਹਦੇ ਆਪਣੇ ਸਰੀਰਕ ਵਜੂਦ ਨੂੰ ਵੀ ਖਤਰਾ ਪੈਦਾ ਹੋ ਜਾਂਦਾ, ਪਰ ਉਹ ਚੱਲ ਲਏ। ਫਿਰ ਉਹ ਜਾ ਕੇ ਸ਼ਹੀਦ ਦੇ ਉੱਚੇ ਰੁਤਬੇ ਨੂੰ, ਮਰਾਤਬੇ ਨੂੰ ਪਹੁੰਚਦਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦੀ ਮਹਾਨ ਕੁਰਬਾਨੀ ਦੇ ਨਾਲ ਇਹ ਲਫ਼ਜ਼ ਜਿਹੜਾ ਹੈ ਇਹ ਸਾਡੇ ਕਲਚਰ ਤੇ ਸੱਭਿਆਚਾਰ ਵਿੱਚ ਆਇਆ, ਸਾਡੀ ਸ਼ਬਦਾਵਲੀ ਦਾ ਅੰਗ ਬਣ ਗਿਆ। ਔਰ ਤਦ ਤੋਂ ਲੈ ਕੇ ਸ਼ਹੀਦ ਦਾ ਇੱਕ ਖਾਸ ਰੁਤਬਾ ਜਿਹੜਾ ਹੈ ਉਹ ਸਾਡੇ ਕਲਚਰ ਵਿੱਚ ਪ੍ਰਵਾਨ ਕਰ ਲਿਆ ਗਿਆ, ਮੰਨਿਆ ਪ੍ਰਮੰਨਿਆ ਗਿਆ। ਤੋ ਜਿੱਥੇ ਅਸੀਂ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਮਹਾਨ ਸ਼ਹਾਦਤ ਨੂੰ ਚੇਤੇ ਕਰ ਰਹੇ, ਉੱਥੇ ਸ਼ਹੀਦ ਸ਼ਬਦ ਦੇ ਡੂੰਘੇ ਅਰਥਾਂ ਤੋਂ, ਜਿਹੜੇ ਕਿ ਗੁਰਬਾਣੀ ਦੇ ਅਕੋਰਡਿੰਗ ਇਹੀ ਨੇ ਕਿ ਜਿਹੜਾ ਨਿਰਸਵਾਰਥ, ਬਿਨਾਂ ਕਿਸੇ ਕਾਮਨਾ ਤੋਂ, ਜਿਹੜਾ ਕੇਵਲ ਸੱਚ ਪੱਖ, ਅਸੂਲ, ਸੱਚ ਦਾ ਪੱਖ ਤੇ ਅਸੂਲ ਪ੍ਰਸਤੀ ਨੂੰ ਲੈ ਕੇ ਨਿਆਂਕਾਰੀ ਬਣ ਕੇ ਬਹੁਤ ਵੱਡੇ ਆਦਰਸ਼ ਲਈ ਮਨੁੱਖਤਾਵਾਦੀ ਸੋਚ ਲੈ ਕੇ ਕੋਈ ਕਰ ਗੁਜ਼ਰਦਾ ਹੈ, ਉਹ ਸ਼ਹੀਦ ਦੇ ਰੁਤਬੇ ਨੂੰ ਪਹੁੰਚਦਾ ਹੈ। ਸਾਹਿਬ ਕਿਰਪਾ ਕਰਨ ਅਸੀਂ ਇਹਨਾਂ ਸ਼ਬਦਾਂ ਦੇ ਭਾਵ ਸਮਝ ਸਕੀਏ, ਤਾਂ ਕਿ ਕੁਰਬਾਨੀ ਕਰਨ ਵਾਲਾ ਕੋਈ ਵਿਅਕਤੀ ਵਿਸ਼ੇਸ਼, ਕੁਰਬਾਨੀ ਕਰਨ ਵਾਲੀ ਕੋਈ ਸ਼ਖਸੀਅਤ ਜਿਹੜੀ ਹੈ, ਉਹਨਾਂ ਦੇ ਜੀਵਨ ਦੀ ਸਾਨੂੰ ਨਿਰਸਵਾਰਥ ਜਿਹੜੀ ਤਸਵੀਰ ਹੈ ਉਹ ਸੱਚੇ ਅਰਥਾਂ ਵਿੱਚ ਦਿਸ ਪਵੇ ਤੇ ਸਾਨੂੰ ਉਹਨਾਂ ਦੇ ਮਹਾਨ ਜੀਵਨ ਆਦਰਸ਼ ਦੀ ਸਮਝ ਤੇ ਸੋਝੀ ਹੋ ਜਾਏ। ਗਰੀਬ ਨਵਾਜ਼ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।